किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। सतवें कांड दा पंजवां भाग। धर्म बिना नहराज मिले हैं। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। विपरण की रीत तो सच दा मार्ग पुस्तक दा पहला भाग पढ़ के वैनकूवर शहर दे भाई करम सिंह जी दास दे घर आए ਅਤੇ ਵਧਾਈ ਦੇਣ ਦੇ ਨਾਲ ਸ਼ਬਦਾਂ 'ਤੇ ਜ਼ੋਰ ਦਿੰਦੇ ਹੋਏ ਇਉਂ ਬੋਲੇ, ਵਧਾਈ ਦੇ ਪਾਤਰ ਹੋ ਕਿ ਤੁਸਾਂ ਵਿਪਰਵਾਦ ਬਾਰੇ ਬੜਾ ਚਾਨਣਾ ਪਾਇਆ ਹੈ, ਪਰ ਕੇਵਲ ਮਰਯਾਦਾ ਸੁਵਾਰ ਲੈਣ ਨਾਲ ਪੰਥ ਦਾ ਕੁਝ ਨਹੀਂ ਬਣਨਾ। ਚੰਗੇ ਤੋਂ ਚੰਗੇ ਕਿਸੇ ਧਰਮ ਨੇ ਰਾਜ ਕਦੇ ਨਹੀਂ ਲੈ ਦਿੱਤਾ। ਬਾਬਾ ਜਰਨੈਲ ਸਿੰਘ ਜੀ ਦੇ ਬਚਨ ਯਾਦ ਕਰੀਏ। ਉਹ ਕਿਹਾ ਕਰਦੇ ਸਨ ਕਿ ਰਾਜ ਤਾਂ ਸਦਾ ਨਿਜ ਬਲ ਨਾਲ ਹੀ ਲਿਆ ਜਾ ਸਕਦਾ ਹੈ। ਇਸ ਲਈ ਹੋਰ ਸਾਰੇ ਪਾਸਿਓਂ ਖਿਆਲ ਹਟਾ ਕੇ ਪਹਿਲਾਂ ਰਾਜ ਭਾਗ ਲੈਣ ਲਈ ਸਾਰਾ ਜ਼ੋਰ ਲਾਈ ਰੱਖਣਾ ਚਾਹੀਦਾ ਹੈ, ਅਤੇ ਜਦ ਪੰਥ ਕੋਲ ਰਾਜ ਭਾਗ ਆ ਗਿਆ ਤਾਂ ਸਿੱਖ ਧਰਮ ਵਿੱਚ ਜਿੰਨਾ ਮਰਜ਼ੀ ਹੈ ਵਾਧਾ ਕਰ ਲੈਣਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਧਰਮ ਬੜਾ ਫੈਲਿਆ ਸੀ, ਤਦੇ ਤਾਂ ਇਹ ਪੰਕਤੀ ਬੜੀ ਪ੍ਰਚਲਿਤ ਹੋ ਰਹੀ ਹੈ, ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤੁਸੀਂ ਮੈਨੂੰ ਕਿਸੇ ਇੱਕ ਧਰਮ ਦੀ ਮਿਸਾਲ ਦੇ ਦਿਓ ਜਿਹੜਾ ਰਾਜ ਦੀ ਸ਼ਕਤੀ ਦੇ ਬਿਨਾਂ ਫੈਲਿਆ ਹੋਵੇ। ਦਾਸ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੁੱਧ, ਈਸਾਈ, ਇਸਲਾਮ ਆਦਿ ਸੰਸਾਰ ਦੇ ਸਾਰੇ ਸਿਰ ਕੱਢ ਧਰਮ ਰਾਜ ਸੱਤਾ ਦੀ ਭਰਪੂਰ ਸਹਾਇਤਾ ਨਾਲ ਹੀ ਆਪਣੀ ਨਿਵੇਕਲੀ ਥਾਂ ਬਣਾ ਸਕੇ ਹਨ, ਪਰ ਅਸੀਂ ਉਸ ਨਿਆਰੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹਾਂ ਜਿਨ੍ਹਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਇਸ ਪ੍ਰਕਾਰ ਹੈ, ਹੋਰਿਓਂ ਗੰਗ ਵਹਾਈਐ ਦੁਨੀਆ ਆਖੇ ਕਿ ਕਿਉਂ ਨ, ਨਾਨਕ ਈਸ਼ਰ ਜਗਨਾਥ ਉੱਚ ਦੀ ਵੈਣ ਵਿਰਕਿਉਣ। ਪੰਨਾ 967। ਭਾਵ ਦੁਨੀਆ ਹੈਰਾਨ ਹੋ ਕੇ ਕਹਿ ਰਹੀ ਸੀ ਕਿ ਹੇ ਭਾਈ, ਵੇਖੋ ਜਗਤ ਦੇ ਨਾਥ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਜਿਹਾ ਉੱਚੀ ਹੱਦ ਦਾ ਬਚਨ ਬੋਲਿਆ ਹੈ, ਮਾਨੋ ਗੰਗਾ ਉਲਟੀ ਵਹਾ ਦਿੱਤੀ ਹੈ। ਭਾਈ ਗੁਰਦਾਸ ਜੀ ਦਾ ਕਥਨ ਵੀ ਲਗਭਗ ਉਹੀ ਗੁਣ ਦਰਸਾ ਰਿਹਾ ਹੈ। ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਿਵਾਇਆ। ਪੌੜੀ 23ਵੀਂ ਵਾਰ ਨੰਬਰ 1। ਗੁਰੂ ਨਾਨਕ ਜੀ ਦਾ ਸਿਧਾਂਤ ਪਹਿਲੇ ਸਾਰੇ ਧਰਮ ਸਿਧਾਂਤਾਂ ਤੋਂ ਨਿਆਰਾ ਹੈ। ਸਤਿਗੁਰਾਂ ਦੇ ਨਿਰਮਲ ਪੰਥ ਦਾ ਇਤਿਹਾਸ ਬਿਲਕੁਲ ਉਲਟ ਹੈ। ਗੁਰੂ ਨਾਨਕ ਸਾਹਿਬ ਦੀ ਸਿੱਖੀ ਨੇ ਨਰਦਈ ਜਰਵਾਣੇ ਵੈਰੀ ਦੇ ਤਿੱਖੇ ਦੰਦਾਂ ਨਾਲ ਭਰੇ ਮੂੰਹ ਵਿੱਚ ਜਨਮ ਲਿਆ ਅਤੇ ਉਸੇ ਹੀ ਗੰਭੀਰ ਖਤਰੇ ਵਿੱਚ ਪਲ ਕੇ ਜਵਾਨ ਹੋਈ। ਫਿਰ ਇਹ ਨਿਰਮਲ ਪੰਥ ਜ਼ਾਲਮਾਂ ਦੇ ਉਹਨਾਂ ਹੀ ਜ਼ਹਿਰੀਲੇ ਦੰਦਾਂ ਨੂੰ ਭੰਨ ਕੇ ਸੰਸਾਰ ਵਿੱਚ ਸ਼ਕਤੀਸ਼ਾਲੀ ਰਾਜ ਦਾ ਮਾਲਕ ਬਣਿਆ। ਅਜੇ ਦਾਸ ਦੀ ਗੱਲ ਪੂਰੀ ਨਹੀਂ ਸੀ ਹੋਈ ਕਿ ਭਾਈ ਕਰਮ ਸਿੰਘ ਜੀ ਕਾਲੇ ਪੈ ਕੇ ਵਿੱਚ ਹੀ ਬੋਲ ਪਏ, ਇਹੀ ਤਾਂ ਮੈਂ ਕਹਿ ਰਿਹਾ ਹਾਂ ਕਿ ਰਾਜ ਭਾਗ ਜ਼ੋਰ ਵਾਲਿਆਂ ਦੇ ਅਧੀਨ ਹੈ। ਖਾਲਸਾ ਜੀ ਨੇ ਬਾਹੂਬਲ ਦੀ ਸ਼ਕਤੀ ਨਾਲ ਹੀ ਰਾਜ ਭਾਗ ਖੋਇਆ ਸੀ। ਮੰਗਿਆਂ ਵੀ ਕਦੇ ਕਿਸੇ ਨੇ ਰਾਜ ਦਿੱਤਾ ਹੈ। ਸਾਨੂੰ ਅੱਜ ਵੀ ਉਵੇਂ ਹੀ ਰਾਜ ਲੈਣ ਲਈ ਜੂਝਣਾ ਪੈਣਾ ਹੈ। 1849 ਤੋਂ ਗਿਆ ਹੋਇਆ ਰਾਜ ਭਾਗ ਖਾਲਸਾ ਜੀ ਨੇ ਅੱਜ 1999 ਤੱਕ ਵਾਪਸ ਕਿਸ ਕਾਰਨ ਨਾਲ ਮੋੜ ਲਿਆ। ਹੁਣ ਕਿਹੜੀ ਕਰਾਮਾਤ ਦੇ ਭਰੋਸੇ 'ਤੇ ਤੁਸੀਂ ਰਾਜ ਭਾਗ ਦਾ ਮਿਲ ਜਾਣਾ ਯਕੀਨੀ ਮੰਨੀ ਬੈਠੇ ਹੋ? ਜਾਂ ਤਾਂ ਕੋਈ ਅਜਿਹੀ ਦਲੀਲ ਦਿਓ ਜਿਸ ਤੋਂ ਦਾਸ ਨੂੰ ਭਰੋਸਾ ਬਣ ਜਾਵੇ ਕਿ ਅੱਜ ਆਧੁਨਿਕ ਸ਼ਸਤਰਾਂ ਦੇ ਅਥਾਹ ਭੰਡਾਰ ਵਾਲੀ ਸਰਕਾਰ ਕੋਲੋਂ ਉਸੇ ਤਰ੍ਹਾਂ ਹੀ ਖਾਲਸਾ ਰਾਜ ਖੋਹ ਸਕਦਾ ਹੈ ਜਿਵੇਂ 1799 ਵਿੱਚ ਲਾਹੌਰ ਜਿੱਤਿਆ ਸੀ। ਨਹੀਂ ਤਾਂ ਸਬਰ ਨਾਲ ਦਾਸ ਦੇ ਬਚਨ ਸੁਣੋ ਕਿ ਨਿਆਰੇ ਸਤਿਗੁਰਾਂ ਦਾ ਨਿਆਰਾ ਚਮਤਕਾਰ ਕੀ ਵਰਤਿਆ ਸੀ ਜੋ ਗਰੀਬ ਕਿਰਤੀਆਂ ਦੇ ਘਰਾਂ ਤੋਂ ਸੱਜੇ ਖਾਲਸਾ ਜੀ ਸ਼ਕਤੀਸ਼ਾਲੀ ਰਾਜ ਭਾਗ ਦੇ ਮਾਲਕ ਬਣ ਬੈਠੇ ਸਨ। ਕਰਮ ਸਿੰਘ ਜੀ ਇਕਾਗਰ ਹੋ ਕੇ ਬੈਠ ਗਏ। ਆਓ ਜਰਾ ਰਾਜ ਭਾਗ ਦੀ ਪ੍ਰਾਪਤੀ ਵਾਲੇ ਅਤੇ ਫਿਰ ਤੇਜ ਪ੍ਰਤਾਪ ਖੁੱਸ ਜਾਣ ਵਾਲੇ ਇਤਿਹਾਸ ਵੱਲ ਪੰਖੀ ਅੱਖ ਝਾਤੀ ਮਾਰ ਲਈਏ। ਅਥਾਹ ਸਿਆਸੀ ਸ਼ਕਤੀ ਦੇ ਮਾਲਕ ਦਿੱਲੀ ਦੇ ਤਾਜਦਾਰ ਨੇ ਸਿੱਖ ਪੰਥ ਦਾ ਖੁਰਾ ਖੋਜ ਮਿਟਾ ਦੇਣ ਲਈ ਅੱਗ ਨਾਲ ਲਾਲ ਹੋਈਆਂ ਤਵੀਆਂ ਨੂੰ ਵਰਤ ਕੇ ਸੜਦੀ ਬਲਦੀ ਰੇਤ ਨਾਲ ਅਤੇ ਉਬਲਦੇ ਦੇਗਾਂ ਦੇ ਪਾਣੀ ਨਾਲ ਤਸੀਹੇ ਦੇ ਕੇ ਸ਼ਹੀਦ ਕਰਨਾ ਆਰੰਭ ਕੀਤਾ। ਫਿਰ ਆਰਿਆਂ ਨਾਲ ਦੋ ਫਾੜ ਚੀਰਿਆ, ਸਰੀਰ ਨੂੰ ਤੂੰਬਾ ਤੂੰਬਾ ਕਰ ਦੇਣ ਵਾਲੀਆਂ ਚਰਖੜੀਆਂ 'ਤੇ ਚਾੜ੍ਹਿਆ, ਤਿੱਖੀਆਂ ਰੰਬੀਆਂ ਨਾਲ ਖੋਪਰੀਆਂ ਉਤਾਰੀਆਂ,
ਜਮੂਰਾਂ ਨਾਲ ਮਾਸ ਤੋੜ ਤੋੜ ਕੇ ਸ਼ਹੀਦ ਕੀਤਾ। ਅੱਗ ਦੀਆਂ ਭੱਠੀਆਂ ਵਿੱਚ ਸੁੱਟ ਬੇਅੰਤ ਸਿੰਘ ਜਿਉਂਦੇ ਸਾੜ ਦਿੱਤੇ। ਲੰਮਾ ਸਮਾਂ ਭੁੱਖੇ ਧਿਆਏ ਰੱਖ ਕੇ ਹੋਰ ਕਈ ਤਰ੍ਹਾਂ ਦੇ ਤਸੀਹੇ ਦੇਣ ਉਪਰੰਤ ਬੇਅੰਤ ਸਿੰਘਾਂ ਸਿੰਘਣੀਆਂ ਨੂੰ ਬੱਚਿਆਂ ਸਮੇਤ ਜਰਵਾਣਾ ਹਾਕਮ ਸ਼ਹੀਦ ਕਰਦਾ ਰਿਹਾ। ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਤਾਂ ਸਾਲਾਂ ਬੱਧੀ ਸਿੰਘ ਮਾਰੂ ਥਲਾਂ ਵਿੱਚ ਅਤੇ ਉਜਾੜ ਜੰਗਲਾਂ ਵਿੱਚ ਦਿਨ ਕੱਟਦੇ ਰਹੇ। ਸਰਬੱਤ ਦੇ ਭਲੇ ਦੀ ਕਾਮਨਾ ਕਰਨ ਦੀ ਜਾਚ ਸਿਖਾਉਣ ਵਾਲੇ ਪਾਵਨ ਪਵਿੱਤਰ ਦਰਬਾਰ ਸਾਹਿਬ ਦੀ ਇਮਾਰਤ ਨੂੰ ਬਰੂਦ ਨਾਲ ਉਡਾ ਦਿੱਤਾ ਅਤੇ ਸਰੋਵਰ ਨੂੰ ਸ਼ਹਿਰ ਦੇ ਗੰਦ ਨਾਲ ਪੂਰ ਦਿੱਤਾ। ਨਿਰਦਈ ਸਰਕਾਰ ਨੇ ਜੰਗਲਾਂ ਵਿੱਚ ਵੀ ਸਿੰਘਾਂ ਦਾ ਸ਼ਿਕਾਰ ਕਰਨਾ ਆਰੰਭ ਕਰ ਦਿੱਤਾ। ਲਹੂ ਡੋਲਵੇਂ ਭਿਆਨਕ ਘੱਲੂਘਾਰਿਆਂ ਵਿੱਚ ਦੀ ਸਿੱਖੀ ਲਗਭਗ 100 ਸਾਲ ਦਾ ਲੰਮਾ ਸਮਾਂ ਜੂਝਦੀ ਹੋਈ ਨਾ ਮੁੱਕੀ ਅਤੇ ਨਾ ਹੀ ਥੱਕੀ, ਸਗੋਂ ਖਾਲਸਾ ਦਲ ਜੰਗਲਾਂ ਵਿੱਚ ਹੀ ਹੱਲੇ ਤੇ ਹੱਲਾ ਬੋਲਦਾ ਰਿਹਾ ਅਤੇ ਦਰਬਾਰ ਸਾਹਿਬ ਦੀ ਆਨ ਸ਼ਾਨ ਮੁੜ ਜਰਵਾਣੇ ਦੀ ਉਸੇ ਫੌਜ ਕੋਲੋਂ ਬਹਾਲ ਕਰਵਾ ਲਈ ਜਿਸ ਨੇ ਨਿਆਰੀ ਮਰਜ਼ਾਦਾ ਸਿਖਾਉਣ ਦੇ ਇਸ ਧਰਮ ਮੰਦਰ ਦੀਆਂ ਨੀਹਾਂ ਵਿੱਚ ਬਰੂਦ ਭਰ ਕੇ ਉਡਾ ਦਿੱਤਾ ਸੀ। ਗੋਦੜੀਆਂ ਵਿੱਚ ਆਪਣਾ ਸਰੀਰ ਲਪੇਟੀ ਫਿਰਦੇ ਹਸੂੰ ਕਰਦਿਆਂ ਸਰਦੀ ਗਰਮੀ ਵਿੱਚ ਇੱਕਸਾਰ ਵਿਚਰਨ ਵਾਲੇ ਤਿਆਗ ਅਤੇ ਸਬਰ ਸ਼ੁਕਰ ਦਾ ਸਾਖਸ਼ਾਤ ਮੂਰਤ ਇਸ ਖਾਲਸਾ ਜੀ ਨੇ ਆਪਣਾ ਘਰ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਮੰਨ ਲਿਆ ਹੋਇਆ ਸੀ। ਅਨੇਕ ਤਰ੍ਹਾਂ ਦੇ ਦੁੱਖਾਂ ਵਿੱਚ ਦੀ ਲੰਘਿਆ, ਪਰ ਕਿਸੇ ਜਰਵਾਣੇ ਦੀ ਈਨ ਨਾ ਮੰਨੀ ਤੇ ਨਾ ਹੀ ਕਿਸੇ ਅੱਗੇ ਰਹਿਮ ਦੀ ਅਪੀਲ ਕੀਤੀ। ਦੁੱਖਾਂ ਵਿੱਚ ਸੁੱਖ ਮਨਾਉਂਦਾ ਹੋਇਆ ਸੰਤ ਸੂਰਮਿਆਂ ਦਾ ਇਹ ਅਚੋਕ ਪੰਥ ਜੰਗਲਾਂ ਅਤੇ ਪਹਾੜਾਂ ਦੇ ਵਾਸ ਵਿੱਚੋਂ ਨਿਕਲ ਕੇ ਫਤਿਹ ਦੇ ਜੈਕਾਰੇ ਗੁਜਾਉਂਦਾ ਅਜਿਹੇ ਜੋਸ਼ ਨਾਲ ਹੱਲਾ ਕਰਕੇ ਪਿਆ ਕਿ ਤਖ਼ਤ ਤਾਜ ਦਾ ਮਾਲਕ ਆ ਬਣਿਆ। ਰਾਜ ਭਾਗ ਦਾ ਮਾਲਕ ਬਣ ਕੇ ਸਿੱਖੀ ਦੇ ਪ੍ਰਚਾਰ ਵਾਸਤੇ ਮਹਾਰਾਜ ਅਸ਼ੋਕ ਵਾਂਗ ਪ੍ਰਚਾਰਕਾਂ ਦੇ ਜਥੇ ਪੈਦਾ ਨਾ ਕਰ ਸਕਿਆ। ਗੁਰਮਤਿ ਦੀ ਸਿਖਲਾਈ ਦੇ ਕੋਈ ਵਿਦਿਆਲੇ ਨਾ ਬਣਾਏ, ਸਗੋਂ ਸਾਰੇ ਇਤਿਹਾਸਕ ਗੁਰਦੁਆਰਿਆਂ ਦੇ ਸੰਚਾਲਕ ਅਜਿਹੇ ਬ੍ਰਾਹਮਣੀ ਮਹੰਤ ਬਣਾ ਦਿੱਤੇ ਜਿਨ੍ਹਾਂ ਨੇ ਪੰਥ ਨੂੰ ਪੂਰੀ ਤਰ੍ਹਾਂ ਵਿਪਰਨ ਕੀ ਰੀਤ ਨਾਲ ਜੋੜਨਾ ਆਰੰਭ ਕਰ ਦਿੱਤਾ। ਰਾਜ ਮੱਧ ਵਿੱਚ ਖਾਲਸਾ ਜੀ ਨੇ ਸਿੱਖੀ ਦੇ ਵੈਰੀ ਵਿਪਰ ਨੂੰ ਸੱਜਣ ਸਮਝ ਕੇ ਆਪਣਾ ਪੁਰੋਹਿਤ ਮੰਨ ਲਿਆ। ਖਾਲਸਾ ਜੀ ਨਿਆਰੇ ਨਾ ਰਹੇ। 100 ਸਾਲ ਤੱਕ ਅਕਹਿ ਮੁਸੀਬਤਾਂ ਵਿੱਚ ਹਰ ਪੱਖੋਂ ਅਡੋਲ ਰਹਿਣ ਵਾਲਾ ਉਹੀ ਖਾਲਸਾ ਪੰਥ ਰਾਜ ਭਾਗ ਦਾ ਮਾਲਕ ਬਣ ਸਤਿਗੁਰਾਂ ਦੀ ਸਿੱਖਿਆ ਤੋਂ ਡੋਲ ਗਿਆ। ਨਤੀਜਾ ਕੇਵਲ 40 ਸਾਲਾਂ ਵਿੱਚ ਹੀ ਆਪਣਾ ਸਭ ਕੁਝ ਗਵਾ ਬੈਠਾ। ਰਾਜ ਭਾਗ ਦੇ ਥਾਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਜਾਣਾ ਚੱਲ ਬੈਠਾ। ਹੁਣ ਉਹ ਮਹਾਨ ਤਿਆਗੀ ਸੰਤ ਸੂਰਮਾ ਕਿਸ ਭਾਣੇ ਦਾ ਸ਼ਿਕਾਰ ਹੋ ਗਿਆ ਕਿ ਪੁਨਰ ਆਜ਼ਾਦੀ ਲਈ ਜੂਝਦੇ ਰਹਿਣ ਲਈ ਘਰ ਘਾਟ ਦਾ ਮੋਹ ਨਾ ਤਿਆਗ ਸਕਿਆ। ਕੀ ਹੋ ਗਿਆ ਇਸ ਸਿਰਲੱਥ ਸੂਰਮੇ ਨੂੰ ਕਿ ਮੁੜ ਸਿਰ ਤਲੀ ਤੇ ਲੈ ਕੇ ਮੈਦਾਨ ਵਿੱਚ ਨਾ ਨਿੱਤਰ ਸਕਿਆ। ਗੁਆਂਢੀ ਦੇਸ਼ ਦੇ ਮੁਗਲ ਸਮਰਾਟਾਂ ਦੀ ਈਨ ਮੰਨ ਲੈਣ ਨਾਲੋਂ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਘਰ ਬਣਾ ਬਹਿਣ ਵਾਲਾ ਖਾਲਸਾ ਹਜ਼ਾਰਾਂ ਮੀਲਾਂ ਤੋਂ ਆਏ ਵਿਦੇਸ਼ੀ ਲੁਟੇਰਿਆਂ ਦਾ ਸੇਵਕ ਬਣ ਜਾਣ ਵਿੱਚ ਆਪਣੀ ਸਰਦਾਰੀ ਮੰਨ ਖਲੋਤਾ। ਫਿਰ ਸੰਭਲਣ ਦੀ ਥਾਂ ਪੈਰੋ ਪਾਰ ਨਿਗਰਦਾ ਹੀ ਗਿਆ। ਕਿੱਧਰ ਸ਼ਾਈ ਮਾਈ ਹੋ ਗਿਆ ਇਸ ਦਾ ਸਾਰਾ ਤੇਜ ਪ੍ਰਤਾਪ ਅਤੇ ਨਿਆਰੀ ਚੜ੍ਹਤ। ਅਟਕ ਦਰਿਆ ਨੂੰ ਅਟਕਾ ਦੇਣ ਵਾਲੇ ਸਿੰਘ ਸੂਰਮੇ ਦਾ ਕਿੱਧਰ ਗਿਆ ਜਾਹੋ ਜਲਾਲ। ਬਸ ਆਪਣੇ ਬਜ਼ੁਰਗਾਂ ਦੇ ਸੋਲੇ ਗਾਉਣ ਨੂੰ ਹੀ ਆਪਣੀ ਬਹਾਦਰੀ ਮੰਨ ਬੈਠਾ। ਆਪਾ ਕਦੇ ਨਾ ਫਰੋਲਿਆ, ਆਪ ਵਿਚਾਰ ਨਾ ਰੋਵੇ ਕੋਈ। ਪੰਨਾ 1027। ਆਪਣੇ ਸਤਿਗੁਰਾਂ ਦੇ ਫਰਮਾਨ ਨੂੰ ਯਾਦ ਰੱਖਣ ਦੀ ਲੋੜ ਹੀ ਮੁਕਾ ਬੈਠਾ। ਇਹ ਕਦੇ ਨਹੀਂ ਵਿਚਾਰਿਆ ਕਿ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਜਥੇਦਾਰ ਦਰਬਾਰਾ ਸਿੰਘ, ਬਾਬਾ ਦੀਪ ਸਿੰਘ ਜੀ, ਸਰਦਾਰ ਜੱਸਾ ਸਿੰਘ, ਸਰਦਾਰ ਸ਼ਾਮ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ ਆਦ ਕਰਨੀ ਕਥਨੀ ਦੇ ਸੂਰੇ ਨਿਰਭੈ ਯੋਧਿਆਂ ਅਤੇ ਬਹਾਦਰ ਜਰਨੈਲਾਂ ਦੇ ਸੋਲੇ ਗਾਉਣ ਵਾਲੇ, ਹੇ ਮੇਰੇ ਮਨ ਦੱਸ ਤੂੰ ਆਪ ਕੀ ਹੈ ਅੱਜ। ਕੀ ਕਾਰਨ ਹੈ ਕਿ ਰਾਜ ਵੱਲੋਂ ਕੀਤੀ ਗਈ ਸਖਤ ਵਿਰੋਧ ਦੇ ਸਮਿਆਂ ਵਿੱਚ ਤਾਂ ਸਿੱਖ ਪੰਥ ਨੇ ਅਜਿਹੀ ਸ਼ਕਤੀ ਫੜੀ ਕਿ ਉਸ ਵੇਲੇ ਦੀ ਸਭ ਤੋਂ ਵੱਡੀ ਸ਼ਕਤੀ ਦਾ ਮਾਲਕ ਅੰਗਰੇਜ਼ ਵੀ ਇਸ ਤੋਂ ਭੈ ਭੀਤ ਹੋ ਗਿਆ। ਪਰ ਰਾਜ ਭਾਗ ਦਾ ਮਾਲਕ ਬਣ ਜਾਣ ਤੇ ਉਹੀ ਦੂਲਾ ਪੰਥ ਏਡਾ ਨਿਗਰ ਗਿਆ ਕਿ ਨਿਰਾ ਰਾਜ ਹੀ ਨਹੀਂ ਗੁਆ ਲਿਆ, ਸਗੋਂ ਪਰ ਅਧੀਨ ਰਹਿਣ ਨਾਲੋਂ ਜੰਗਲਾਂ ਬੀਆਬਾਨਾਂ ਵਿੱਚ ਭੁੱਖਾ ਰਹਿ ਕੇ ਆਜ਼ਾਦੀ ਦਾ ਜੀਵਨ ਬਿਤਾਉਣ ਵਿੱਚ ਆਨੰਦ ਮਾਣਨ ਵਾਲਾ
ਆਪਣਾ ਪਿਛਲਾ ਇਤਿਹਾਸ ਵੀ ਭੁਲਾ ਬੈਠਾ। ਇੱਥੇ ਹੀ ਬਸ ਨਹੀਂ, ਸਗੋਂ ਆਚਰਣ ਦੇ ਪੱਖੋਂ ਏਡੀ ਨੀਵੀਂ ਖੱਡ ਵਿੱਚ ਜਾ ਡਿੱਗਾ ਕਿ ਨਿੱਤ ਨਵੀਆਂ ਹੇਠੀਆਂ ਕਰਵਾਉਂਦਾ ਹੋਇਆ ਵੀ ਹੰਕਾਰ ਭਰੇ ਫੁਰਾਟੇ ਹੀ ਮਾਰੀ ਤੁਰਿਆ ਜਾ ਰਿਹਾ ਹੈ। ਕਿ ਸੰਸਾਰ ਦੇ ਸਾਰੇ ਧਰਮਾਂ ਨਾਲੋਂ ਖਾਲਸਾ ਪੰਥ ਦਾ ਇਤਿਹਾਸ ਬਿਲਕੁਲ ਉਲਟਾ ਨਹੀਂ ਹੈ? ਕਿ ਸਾਨੂੰ ਇਹ ਕਹਿੰਦਿਆਂ ਸ਼ਰਮਸ਼ਾਰ ਨਹੀਂ ਹੋਣਾ ਚਾਹੀਦਾ, ਰਾਜ ਬਿਨਾਂ ਨਹੀਂ ਧਰਮ ਚਲੇ, ਕਿ ਅਸੀਂ ਆਪਣਾ ਸਭ ਕੁਝ ਰਾਜ ਪ੍ਰਾਪਤ ਹੋ ਜਾਣ 'ਤੇ ਹੀ ਨਹੀਂ ਗਵਾਇਆ? ਕਿ ਸੰਸਾਰ ਵਿੱਚ ਹੋਰ ਵੀ ਕੋਈ ਅਜਿਹਾ ਧਰਮ ਹੈ ਜੋ ਰੰਕ ਤੋਂ ਮਹਾਰਾਜਾ ਬਣਿਆ ਅਤੇ ਫਿਰ ਮਹਾਰਾਜੇ ਤੋਂ ਪਰ ਅਧੀਨ ਬਣ ਕੇ ਵੀ ਹੰਕਾਰ ਦੀ ਟੀਸੀ ਤੋਂ ਜਰਾ ਵੀ ਹੇਠਾਂ ਨਾ ਉਤਰਿਆ ਹੋਵੇ? ਆਓ ਭਲਾ ਇਸ ਪੱਖੋਂ ਆਪਾ ਫਰੋਲ ਵੇਖੀਏ। ਨੰਬਰ 1, ਇਹ ਕਹਿਣਾ ਬਿਲਕੁਲ ਹੀ ਨਿਰਮੂਲ ਹੈ ਕਿ ਸਿੱਖ ਧਰਮ ਦਾ ਫੈਲਣਾ ਕਿਸੇ ਰਾਜ ਸੱਤਾ ਦਾ ਮੁਹਤਾਜ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕਿਸੇ ਰਾਜ ਘਰਾਣੇ ਵਿੱਚ ਨਹੀਂ ਸੀ ਹੋਇਆ, ਨਾ ਹੀ ਉਹਨਾਂ ਨੂੰ ਕਦੇ ਕਿਸੇ ਸਿਆਸੀ ਸ਼ਕਤੀ ਤੋਂ ਕੋਈ ਸਹਾਇਤਾ ਹੀ ਮਿਲੀ ਸੀ। ਫਿਰ ਵੀ ਇਤਿਹਾਸਕਾਰਾਂ ਦਾ ਕਥਨ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਦੀ ਗਿਣਤੀ 2 ਕਰੋੜ ਤੱਕ ਜਾ ਪੜੀ ਸੀ। ਕਰਮਕਾਂਡੀ ਬੰਧਨਾਂ ਤੋਂ ਮੁਕਤ ਸਤਿਗੁਰਾਂ ਦੇ ਨਿਆਰੇ ਗਿਆਨ ਦੀ ਖਿੱਚ ਕਾਰਨ ਅਤੇ ਉਹਨਾਂ ਦੇ ਬੜੇ ਪ੍ਰਭਾਵਸ਼ਾਲੀ ਨਿਆਰੇ ਉਪਦੇਸ਼ ਢੰਗ ਦਾ ਅਸਰ ਕਬੂਲ ਕੇ ਹੀ ਲੋਕ ਧੜਾ ਧੜ ਸਤਿਗੁਰਾਂ ਦੇ ਪੈਰੋਕਾਰ ਬਣਦੇ ਤੁਰੇ ਗਏ ਸਨ। ਰਾਜ ਭਾਗ ਦੀਆਂ ਮਾਲਕ ਬਣ ਚੁੱਕੀਆਂ ਕੌਮਾਂ ਦੇ ਬੰਦੇ ਇੱਕ ਫਕੀਰ ਦੇ ਚਰਨਾਂ ਦੇ ਭੌਰੇ ਬਣਦੇ ਜਾ ਰਹੇ ਸਨ। ਸਿੰਘਾਂ ਦੇ ਰਾਜ ਦਾ ਸਮਾਂ ਵੀ ਆਇਆ, ਪਰ 2 ਕਰੋੜ ਦੀ ਉਹ ਗਿਣਤੀ ਸੁਪਨਾ ਬਣ ਗਈ ਅਤੇ ਇਹ ਗਿਣਤੀ ਇੰਨੀ ਘਟੀ ਕਿ ਹੁਣ ਆ ਕੇ ਆਬਾਦੀ ਵਧਣ ਦੇ ਕਾਰਨ 2 ਕਰੋੜ ਹੋ ਚੁੱਕੀ ਹੈ। ਸੋ ਇਹ ਕਿਵੇਂ ਮੰਨ ਲਿਆ ਜਾਵੇ ਕਿ ਖਾਲਸਾ ਰਾਜ ਦੇ ਸਮੇਂ ਵਿੱਚ ਸਿੱਖੀ ਬਹੁਤ ਫੈਲੀ ਸੀ? ਪ੍ਰਹੁਤਵਾਦੀ ਕਰਮਕਾਂਡੀ ਮਰਜ਼ਾਦਾ ਤੋਂ ਮਨੁੱਖ ਦੁਖੀ ਸਨ ਅਤੇ ਇੱਧਰ ਗੁਰਮਤਿ ਨੇ ਉਹਨਾਂ ਦੁਖਦਾਈ ਬੰਧਨਾਂ ਤੋਂ ਬਗਾਵਤ ਦਾ ਬਿਗਲ ਵਜਾ ਦਿੱਤਾ ਸੀ। ਉੱਚਾ ਆਚਰਣ, ਪਰਉਪਕਾਰੀ ਸੁਭਾਅ ਸਾਰੀ ਮਨੁੱਖਤਾ ਨੂੰ ਇੱਕ ਪਿਤਾ ਦੀ ਔਲਾਦ ਅਥਵਾ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਮੰਨ ਕੇ ਸਾਰਿਆਂ ਨੂੰ ਮਾਂ ਜਾਏ ਮੰਨਣਾ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਨੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਿਸੇ ਕਰਮਕਾਂਡੀ ਬੰਦਸ਼ਾਂ ਦਾ ਨਾਮ ਨਹੀਂ ਹੈ। ਗੁਰੂ ਨਾਨਕ ਜੀ ਦੀ ਸਿੱਖੀ ਇੱਕ ਨਿਆਰੀ ਜੀਵਨ ਜੁਗਤ ਹੈ। ਪਿਆਰਾਂ ਅਤੇ ਹਮਦਰਦੀ ਭਰੇ ਮਨਾਂ ਦੀ ਸਾਂਝ ਵਿੱਚ ਜਿਉਣ ਦਾ ਨਾਮ ਸਿੱਖੀ ਹੈ। ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਈ ਰੱਬੀ ਨੂਰ ਦੇ ਭੰਡਾਰ, ਰੱਬੀ ਗੁਣਾਂ ਦੇ ਮਾਲਕ, ਰੱਬ ਰੂਪ 9 ਹੋਰ ਸਰੂਪਾਂ ਦੀ ਸਿਖਲਾਈ ਵਿੱਚ ਪ੍ਰਵਾਨ ਚੜ੍ਹੀ ਸ਼ੁਭ ਗੁਣਾਂ ਨਾਲ ਭਰਪੂਰ ਜੀਵਨ ਜੁਗਤ ਦਾ ਨਾਮ ਖਾਲਸਾ ਪੰਥ ਹੈ। ਨੰਬਰ 1, ਦੈਵੀ ਗੁਣਾਂ ਨਾਲ ਨੱਕਾ ਨੱਕ ਭਰਪੂਰ ਹੋ ਚੁੱਕੇ। ਨੰਬਰ 2, ਮਨੁੱਖਤਾ ਦੇ ਸ਼ੁਭ ਗੁਣਾਂ ਦਾ ਘਾਤ ਕਰੀ ਜਾਣ ਵਾਲੀ ਵੱਡੀ ਹਾਨੀਕਾਰਕ ਵਿਪਰਨ ਕੀ ਰੀਤ ਨੂੰ ਪੂਰੀ ਤਰ੍ਹਾਂ ਤਲਾਂਜਲੀ ਦੇ ਚੁੱਕੇ ਖਾਲਸਾ ਪੰਥ ਨੂੰ ਹੀ ਦਸ਼ਮੇਸ਼ ਜੀ ਨੇ ਸਤਿਗੁਰ ਪੂਰਾ ਆਖ ਕੇ ਤੇਜ ਪ੍ਰਤਾਪ ਦੇ ਮਾਲਕ ਬਣਨ ਦਾ ਅਮੋਘ ਬਚਨ ਫਰਮਾਨ ਕੀਤਾ ਸੀ। ਪਰ ਜਦੋਂ ਹੀ ਅਤੇ ਜਿਉਂ-ਜਿਉਂ ਹੀ ਉਹ ਦੈਵੀ ਗੁਣ ਘਟੇ ਅਤੇ ਘਟਦੇ ਤੁਰੇ ਗਏ, ਤੇਜ ਪ੍ਰਤਾਪ ਵੀ ਨਾਲੋਂ ਨਾਲ ਹੀ ਅਲੋਪ ਹੋ ਜਾਣ ਲੱਗ ਪਿਆ ਅਤੇ ਪੰਥਕ ਵਕਾਰ ਵੀ ਘਟਣਾ ਆਰੰਭ ਹੋ ਗਿਆ, ਜੋ ਪੈਰੋਂ ਪੈਰ ਘਟਦਾ ਹੀ ਜਾ ਰਿਹਾ। ਰੱਬੀ ਕਹਿਰ ਇੰਨਾ ਪ੍ਰਬਲ ਹੋ ਚੁੱਕਾ ਹੈ ਕਿ ਦਿਨੋਂ ਦਿਨ ਪੈਰੇ ਘਾਟੇ ਨੂੰ ਅਜੋਕਾ ਅਮਰਧਾਰੀ ਸਿੰਘ ਆਪਣੀ ਚੜ੍ਹਦੀ ਕਲਾ ਮੰਨ ਰਿਹਾ ਹੈ। ਨੰਬਰ 2, ਸਾਡਾ ਰਾਜ ਭਾਗ ਸਾਡੇ ਨਿਆਰੇ ਗੁਣਾਂ ਨਾਲ ਜੁੜਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਵਿੱਚ ਸਿੱਧ ਕਰ ਦਿੱਤਾ ਕਿ ਜਰਵਾਣਿਆਂ ਦਾ ਲਤਾੜਿਆ ਹੋਇਆ ਗਰੀਬ ਅਤੇ ਪਿੱਟੜ ਕਹਿ ਕੇ ਅਡਰੀਆਂ ਬਸਤੀਆਂ ਵਿੱਚ ਰਹਿਣ ਵਾਲਾ ਨਿਮਾਣਾ ਨਿਤਾਣਾ ਮਨੁੱਖ ਵੀ ਜੇ ਗੁਰਮਤਿ ਦੇ ਗਿਆਨ ਅਨੁਸਾਰ ਜਿਉਣਾ ਸਿੱਖ ਕੇ ਮਰਜੀਵੜਾ ਬਣ ਕੇ ਸ਼ੁਭ ਗੁਣਾਂ ਦਾ ਭੰਡਾਰ, ਸੰਤ ਸੂਰਮਾ ਪਰਉਪਕਾਰੀ ਕਰਮਯੋਗੀ ਬਣ ਜਾਵੇ ਤਾਂ ਉਹ ਜਰਵਾਣਿਆਂ ਦਾ ਬੁਥਾੜ ਭੰਨ ਕੇ ਤਾਜ ਤਖਤ ਦਾ ਮਾਲਕ ਬਣ ਸਕਦਾ ਹੈ। 5 ਭੂਤਕ ਸਰੀਰ ਵਿੱਚ ਟਿਕੇ ਰਹਿ ਕੇ ਸਾਡੀ ਸੰਭਾਲ ਕਰੀ ਰੱਖਣ ਵਾਲੀ ਖੇਡ ਸਮਾਪਤ ਕਰਨ ਸਮੇਂ ਆਪਣੇ 10ਵੇਂ ਸਰੂਪ ਵਿੱਚ ਇਸੇ ਕਰਕੇ ਹੀ ਸਤਿਗੁਰਾਂ ਨੇ ਚੇਤਾਵਨੀ ਦਿੱਤੀ ਸੀ। ਇਹ ਮੇਰੇ ਪਿਆਰੇ ਸੁਪੁੱਤਰ ਖਾਲਸਾ ਜੀਓ, ਨਿਆਰੇ ਗਿਆਨ ਦੇ ਅਥਾਹ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਜੀਵਨ ਜਿਉਣ ਦੀ ਜਾਚ ਸੰਭਾਲੀ ਰੱਖਣ ਨੂੰ ਸਦੀਵੀ ਬਣਾ ਲਓ ਤਾਂ ਸਾਰੇ ਦਾ ਸਾਰਾ ਤੇਜ ਪ੍ਰਤਾਪ ਵੀ ਤੁਹਾਡੇ ਮਹਿਲਾਂ ਵਿੱਚ ਸਦੀਵੀ ਹੱਥ ਬੰਨੀ ਖਲੋਤਾ ਰਹੇਗਾ। ਇਸ ਦੈਵੀ ਗਿਆਨ ਨੂੰ ਸੰਸਾਰ ਵਿੱਚ ਵੰਡੀ ਰੱਖਣ ਵਿੱਚ ਰੁੱਝੇ ਰਹੋ। ਤੁਹਾਡਾ ਇਹ ਖਾਲਸਾ ਪੰਥ ਸਾਰੇ ਸੰਸਾਰ ਵਿੱਚ ਨਿਆਰੇ ਤੇਜ ਪ੍ਰਤਾਪ ਦਾ
ਮਾਲਕ ਬਣਦਾ ਹੀ ਤੁਰਿਆ ਜਾਵੇਗਾ। ਕਹਾਵਤ ਹੈ, ਜਿਸ ਦਾ ਧਨ ਦੌਲਤ ਅਥਵਾ ਰਾਜ ਭਾਗ ਗੁਆਚ ਜਾਵੇ, ਉਹ ਸਮਝੇ ਕਿ ਉਸ ਦਾ ਕੁਝ ਨਹੀਂ ਗੁਆਚਾ। ਫਿਰ ਜਿਸ ਦੀ ਸਿਹਤ ਅਰੋਗਤਾ ਗੁਆਚ ਜਾਏ, ਸਮਝੋ ਕਿ ਉਸ ਦਾ ਕੁਝ ਜ਼ਰੂਰ ਗੁਆਚ ਗਿਆ। ਪਰ ਜਿਸ ਦਾ ਆਚਰਣ ਗੁਆਚ ਜਾਏ, ਜਿਸ ਦੀ ਉੱਚੀ ਜੀਵਨ ਮਰਜ਼ਾਦਾ ਗੁਆਚ ਜਾਏ, ਸਮਝੋ ਉਸ ਦਾ ਸਭ ਕੁਝ ਹੀ ਲੁੱਟਿਆ ਗਿਆ ਹੈ। ਸਤਿਗੁਰਾਂ ਦਾ ਨਿੱਜੀ ਤਜਰਬਾ ਸੀ ਕਿ ਵਿਪਰ ਕੋਲ ਸਭ ਤੋਂ ਵੱਡਾ ਹਥਿਆਰ ਮਨੁੱਖ ਦੀ ਜੀਵਨ ਜੁਗਤ ਨੂੰ ਭਰਮੀ ਅਤੇ ਆਚਰਣਹੀਣ ਬਣਾ ਦੇਣ ਦਾ ਹੈ। ਇਸ ਪੁਸਤਕ ਦੇ ਪਹਿਲੇ ਭਾਗ ਵਿੱਚ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਮਨੁੱਖ ਨੂੰ ਆਚਰਣਹੀਣ ਬਣਾ ਦੇਣ ਲਈ ਵਿਪਰ ਨੇ ਆਪਣੇ ਦੇਵੀ ਦੇਵਤੇ ਅਥਵਾ ਅਵਤਾਰ ਵੀ ਆਚਰਣਹੀਣ ਹਰਕਤਾਂ ਕਰਦੇ ਦਰਸਾਉਣੋਂ ਢਿੱਲ ਨਹੀਂ ਕੀਤੀ। ਇਸੇ ਲਈ ਸਤਿਗੁਰਾਂ ਨੇ ਪੰਥ ਨੂੰ ਨਿਆਰੇ ਰਹਿਣ ਦੇ ਉਪਦੇਸ਼ ਦੇ ਨਾਲ ਹੀ ਸਖਤ ਤਾੜਨਾ ਕੀਤੀ ਸੀ ਕਿ ਵੇਖਿਓ ਕਿਤੇ ਵਿਪਰ ਦੇ ਨੇੜੇ ਨਾ ਜਾ ਟੁਕਿਓ। ਪਰ ਬ੍ਰਾਹਮਣ ਵੈਰੀ ਇਸ ਦੂਲੇ ਪੰਥ ਤੇ ਏਡਾ ਮੋਰੀ ਚੜ੍ਹਿਆ ਕਿ ਖਾਲਸਾ ਰਾਜ ਦੇ ਮਹਿਲਾਂ ਵਿੱਚ ਮੂਰਤੀ ਪੂਜਾ ਲਈ ਮੰਦਰਾਂ ਦੇ ਨਾਲ ਕ੍ਰਿਸ਼ਨ ਲੀਲਾ ਚਾਲੂ ਕਰਵਾ ਲਈ। ਉਸ ਨੂੰ ਪਤਾ ਸੀ ਕਿ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਦੇ ਗਿਆਨ ਤੋਂ ਅਣਜਾਣ ਰੱਖਣ ਦੇ ਪ੍ਰਬੰਧ ਕਰ ਲੈਣ ਨਾਲ ਇਸ ਨਿਆਰੇ ਪੰਥ ਦੀ ਨਿਆਰੀ ਮਰਜ਼ਾਦਾ ਨੂੰ ਅਤੇ ਨਿਆਰੇ ਆਚਰਣ ਨੂੰ ਤਬਾਹ ਨਾ ਕੀਤਾ, ਉਹਨਾਂ ਚਿਰ ਇਸ ਨੇ ਸ਼ਕਤੀ ਫੜਦੇ ਹੀ ਤੁਰਿਆ ਜਾਣਾ ਅਤੇ ਇਸ ਨੇ ਸੰਸਾਰ ਵਿੱਚ ਸਭ ਤੋਂ ਵੱਡਾ ਸ਼ਕਤੀਸ਼ਾਲੀ ਰਾਜ ਭਾਗ ਦਾ ਮਾਲਕ ਬਣ ਜਾਣਾ। ਪੰਥ ਦੇ ਧਰਮ ਆਗੂਆਂ ਦੀ ਅਣਗਹਿਲੀ ਨਾਲ ਵਿਦਿਆਹੀਣ ਸਾਡਾ ਮਹਾਰਾਜਾ ਵਿਪਰਾਂ ਦੇ ਕਾਬੂ ਆ ਗਿਆ। ਫਿਰ ਜਥਾ ਰਾਜਾ ਤਥਾ ਪਰਜਾ ਵਾਲਾ ਭਾਣਾ ਵਰਤਦਾ ਹੀ ਤੁਰਿਆ ਗਿਆ। ਸੋ ਸਿੱਧ ਹੋ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚੋਂ ਤਾਂ ਧਰਮ ਬਿਨਾ ਨ ਰਾਜ ਮਿਲੇ। ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਤੇ ਆਇਆ, ਓਨੀ ਮੰਦੇ ਪੈਰ ਨਾ ਰੱਖਿਓ। ਕਰ ਸੋਕ੍ਰਿਤ ਧਰਮ ਕਮਾਇਆ, ਓਨੀ ਦੁਨੀਆ ਤੋੜੇ ਬੰਧਨਾ। ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ। ਨਿਤ ਦੇਵੇ ਚੜ੍ਹੇ ਸਵਾਇਆ, ਵਡਿਆਈ ਵੱਡਾ ਪਾਇਆ। ਪੰਨਾ 467। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 7ਵੇਂ ਕਾਂਡ ਦਾ 5ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।